ਸਤਿ ਸ਼੍ਰੀ ਅਕਾਲ ਦੋਸਤੋ। ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਪਿਛਲੇ 2-3 ਹਫ਼ਤੇ ਪਹਿਲਾਂ ਯੂਪੀ ਦੇ ਹਾਥਰਸ ਦੇ ਵਿੱਚ ਇੱਕ ਕੁੜੀ ਮਨੀਸ਼ਾ ਦਾ 4 ਦਰਿੰਦਿਆਂ ਨੇ ਬਲਾਤਕਾਰ ਕੀਤਾ। ਫਿਰ ਉਸ ਦੀ ਜੀਭ ਕੱਟੀ, ਉਸ ਦਾ ਪ੍ਰਾਈਵੇਟ ਪਾਰਟ ਵੀ ਸਾੜਿਆ ਤੇ ਰੀੜ੍ਹ ਦੀ ਹੱਡੀ ਵੀ ਤੋੜੀ। ਉਹ ਵਿਚਾਰੀ ਬੱਚੀ ਬੇਹੋਸ਼ ਹਾਲਤ ਦੇ ਵਿੱਚ ਮਾਂ ਪਿਓ ਨੂੰ ਮਿਲੀ, ਹਸਪਤਾਲ 'ਚ ਦਾਖਲ ਕਰਵਾਈ ਗਈ, ਜਿੱਥੇ 2 ਹਫ਼ਤੇ ਜ਼ਿੰਦਗੀ ਮੌਤ ਦੀ ਲੜਾਈ ਲੜਦਿਆਂ ਪਿਛਲੇ ਦਿਨੀ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਤਾਂ ਫਿਰ ਅੱਗੋਂ ਹੋਰ ਹੈਵਾਨੀਅਤ ਦੀ ਹੱਦ ਪਾਰ ਕਰਦੀ ਹੈ ਯੂਪੀ ਦੀ ਸਰਕਾਰ। ਦੇਖੋ, ਉਸ ਬੱਚੀ ਨੂੰ, ਉਸ ਬੱਚੀ ਦੀ ਬਾਡੀ ਨੂੰ ਉਸ ਦੇ ਮਾਂ ਪਿਓ ਨੂੰ ਦੇਣ ਦੀ ਬਜਾਏ ਰਾਤ ਦੇ ਹਨੇਰੇ ਦੇ ਵਿੱਚ ਉਸ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲਿਆਂਦਾ ਜਾਂਦਾ, ਜਿੱਥੇ ਮਾਂ ਤਰਲੇ ਪਾਉਂਦੀ ਹੈ ਕਿ ਅਸੀਂ ਆਪਣੀਆਂ ਰਸਮਾਂ ਰਿਵਾਜ਼ਾਂ ਦੇ ਨਾਲ ਇਸ ਬੱਚੀ ਨੂੰ ਅੰਤਮ ਵਿਦਾਇਗੀ ਦੇਣੀ ਹੈ। ਉੱਥੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਕੀ ਕਰਦਾ ਹੈ, ਉਹ ਕਿਸੇ ਨੂੰ ਵੀ ਉਸ ਬਾਡੀ ਦੇ ਨੇੜੇ ਨਹੀਂ ਆਉਣ ਦਿੰਦਾ ਤੇ ਜ਼ਬਰਦਸਤੀ 2:45 ਤੇ ਰਾਤ ਦੇ ਹਨੇਰੇ ਦੇ ਵਿੱਚ ਉਸ ਬੱਚੀ ਦਾ ਸੰਸਕਾਰ ਕਰ ਦਿੱਤਾ ਜਾਂਦਾ। ਪੱਤਰ ਪ੍ਰੇਰਕ ਵੀ ਆ ਕੇ ਬਹੁਤ ਗੱਲਾਂ ਕਰਦੇ ਨੇ, ਬਹੁਤ ਪੁੱਛਦੇ ਨੇ, ਲੇਕਿਨ ਪੁਲਿਸ ਦੇ ਅਧਿਕਾਰੀ ਨੇ ਕਿ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੇ। ਕਦੇ ਕਹਿੰਦੇ ਨੇ ਮੈਂ ਤਾਂ ਜੀ 3rd ਗ੍ਰੇਡ ਪੁਲਿਸ ਅਧਿਕਾਰੀ ਹਾਂ, ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ, ਮੇਰੀ ਡਿਊਟੀ ਤਾਂ ਇੱਥੇ ਲਾ ਐਂਡ ਆਰਡਰ ਮੇਨਟੇਨ ਕਰਨ 'ਤੇ ਲੱਗੀ ਹੋਈ ਹੈ, ਤੁਸੀਂ MD ਨਾਲ ਗੱਲ ਕੀਤੀ ਹੈ। ਤਰ੍ਹਾਂ ਤਰ੍ਹਾਂ ਦੇ ਸਵਾਲ ਉਹ ਅੱਗੋਂ ਕਰੀ ਜਾ ਰਿਹਾ। ਤਾਂ ਇਹ ਜ਼ਬਰਦਸਤੀ ਹੋਣ ਤੋਂ ਬਾਅਦ ਹੁਣ ਅੱਜ ਦੀ ਰਿਪੋਰਟ ਹੈ ਕਿ ਇਸ ਬੱਚੀ ਦੀ ਫੋਰੈਂਸਿਕ ਲੈਬ ਤੋਂ ਜਿਹੜੀ ਰਿਪੋਰਟ ਹੈ ਉਹ ਪਹੁੰਚੀ ਹੈ। ਫੋਰੈਂਸਿਕ ਲੈਬ ਦੀ ਰਿਪੋਰਟ ਦੇ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ ਇਸ ਬੱਚੀ ਦੇ ਨਾਲ ਤਾਂ ਬਲਾਤਕਾਰ ਹੋਇਆ ਹੀ ਨਹੀਂ, ਕਿਉਂਕਿ ਕੋਈ ਵੀ ਸਪਰਮ ਉਹਦੇ ਅੰਦਰੋਂ ਨਹੀਂ ਮਿਲਿਆ। ਚਲੋ, ਇੱਕ ਪਲ ਲਈ ਆਪਾਂ ਮੰਨ ਵੀ ਲਈਏ ਕਿ ਬੱਚੀ ਦੇ ਨਾਲ ਬਲਾਤਕਾਰ ਨਹੀਂ ਹੋਇਆ, ਤਾਂ ਫਿਰ ਇਹ ਦੱਸਿਆ ਜਾਵੇ ਕਿ ਪ੍ਰਸ਼ਾਸਨ ਨੇ ਇੰਨੀ ਕਿਹੜੀ ਹਨੇਰਗਰਦੀ ਪਈ ਸੀ, ਜਾਂ ਇੰਨੀ ਕਿਹੜੀ ਆਖਰ ਆਈ ਸੀ, ਜਾਂ ਇੰਨਾ ਕਿਹੜਾ ਛੁਪਾਉਣ ਵਾਲਾ ਕੰਮ ਸੀ ਕਿ ਉਸ ਬੱਚੀ ਦੀ ਮ੍ਰਿਤਕ ਬਾਡੀ ਵੀ ਜਿਹੜੀ ਉਸਦੇ ਮਾਂ-ਬਾਪ ਨੂੰ ਨਹੀਂ ਸੰਭਾਲੀ। ਉਹ ਕਿਉਂ ਨਹੀਂ ਦਿੱਤੀ ਗਈ ਉਹਦੇ ਮਾਂ ਪਿਓ ਨੂੰ? ਕਿਉਂ ਰਾਤ ਦੇ ਹਨੇਰੇ ਵੀ ਸੰਸਕਾਰ ਕੀਤਾ ਗਿਆ? ਦੋਸਤੋ, ਸਵਾਲ ਬਹੁਤ ਨੇ, ਜਵਾਬ ਕਿਸੇ ਦਾ ਵੀ ਨਹੀਂ। ਅੱਜ ਦਾ ਦੌਰ ਅਜਿਹਾ ਦੌਰ ਹੈ ਕਿ ਸਾਡੀਆਂ ਬੱਚੀਆਂ ਜਦੋਂ ਵੀ ਬਾਹਰ ਜਾਂਦੀਆਂ ਤਾਂ ਸਾਨੂੰ ਉਹਨਾਂ ਦੇ ਵਾਪਸ ਆਉਣ ਤੱਕ ਇੱਕ ਤੌਖਲਾ ਲੱਗਿਆ ਰਹਿੰਦਾ ਹੈ ਕਿ ਸਾਡੀ ਧੀ ਸਹੀ ਸਲਾਮਤ ਘਰ ਪਹੁੰਚ ਜਾਵੇ ਜ਼ਰੂਰ। ਮਾਵਾਂ ਰੱਬ ਅੱਗੇ ਅਰਦਾਸਾਂ ਕਰਦੀਆਂ ਨੇ ਕਿ ਸਾਡੀ ਬੱਚੀ ਦੇ ਅੰਗ ਸੰਗ ਸਹਾਈ ਹੋਣੀ, ਪਰ ਇਹ ਜਿਹੜੇ ਸਮਾਜ ਦੇ ਦਰਿੰਦੇ ਨੇ ਇਹ ਧੀ ਨੂੰ ਨੋਚ ਖਾਣ ਲਈ ਕਾਹਲੇ ਪਏ ਹੋਏ ਨੇ। ਇੱਕ ਪਾਸੇ ਤਾਂ ਲੋਕ ਕਹਿ ਰਹੇ ਨੇ ਕਿ ਸਾਡੀ ਨਾਰੀ ਅੱਜ ਮਰਦ ਦੇ ਬਰਾਬਰ ਹੈ, ਤੇ ਦੂਜੇ ਪਾਸੇ ਨਿਤ ਦਿਨ ਹਜ਼ਾਰਾਂ ਹੀ ਬਲਾਤਕਾਰ, ਹਜ਼ਾਰਾਂ ਹੀ ਨਹੀਂ, ਮੈਂ ਤਾਂ ਸੋਚਦੀ ਹਾਂ ਕਿ ਸ਼ਾਇਦ ਲੱਖਾਂ ਦੀ ਗਿਣਤੀ ਵਿੱਚ ਬਲਾਤਕਾਰ ਹੋ ਰਹੇ ਨੇ। ਇਹ ਬਲਾਤਕਾਰ ਸਿਰਫ ਤੇ ਸਿਰਫ ਨੌਜਵਾਨ ਧੀਆਂ ਦੇ ਨਹੀਂ ਹੋ ਰਹੇ। ਦੋਸਤੋ, ਜਰਾ ਗੌਰ ਕਰੋ ਕਿ ਇਹ ਬਲਾਤਕਾਰ ਮਹੀਨੇ ਭਰ ਦੀ ਦੁੱਧ ਮੂੰਹੀ ਬੱਚੀ ਤੋਂ ਲੈ ਕੇ 90 ਸਾਲ ਦੀ ਬਜ਼ੁਰਗ ਔਰਤ ਤੱਕ ਦੇ ਹੋ ਰਹੇ ਨੇ। ਕੋਈ ਵਿਆਖਿਆ ਕਰਦਾ ਹੈ ਕਿ ਬਲਾਤਕਾਰ ਉਹ ਹੁੰਦਾ ਹੈ ਜਿਹੜਾ ਔਰਤ ਦੀ ਸਹਿਮਤੀ ਨਾਲ ਕੀਤਾ ਜਾਵੇ, ਪਰ
ਫਿਰ ਸਬੰਧਾਂ 'ਚ ਖਟਾਸ ਪੈਣ ਦੇ ਬਾਅਦ ਇਲਜ਼ਾਮ ਲਾ ਦਿੱਤਾ ਜਾਵੇ ਕਿ ਇਸਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਹੈ ਤੇ ਉਹ ਬਲਾਤਕਾਰ ਹੁੰਦਾ। ਤੇ ਦੂਜੇ ਪਾਸੇ ਬਲਾਤਕਾਰੀ ਉਹ ਹੁੰਦਾ ਜਿਹੜਾ ਜ਼ੋਰ ਜ਼ਬਰਦਸਤੀ ਔਰਤ ਨੂੰ ਹੱਥ ਪਾਵੇ, ਔਰਤ ਦੀ ਬੇਇੱਜ਼ਤੀ ਕਰੇ। ਪਤਾ ਨਹੀਂ, ਮੈਨੂੰ ਨਹੀਂ ਸਮਝ ਆਉਂਦੀ ਕਿ ਇਹ ਬਲਾਤਕਾਰ ਤੇ ਬਲਾਤਕਾਰੀ ਦਾ ਅੰਤਰ ਦੱਸਣ ਵਾਲੇ ਕਹਿਣਾ ਕੀ ਚਾਹੁੰਦੇ ਨੇ। ਕੋਈ ਕਹਿ ਰਿਹਾ ਹੈ ਕਿ ਇਹਦੇ ਬਾਰੇ ਸਾਨੂੰ ਬੋਲਣਾ ਹੀ ਨਹੀਂ ਚਾਹੀਦਾ ਕਿਉਂਕਿ ਇਹ ਜਿਹੜਾ ਬਲਾਤਕਾਰ ਵਗੈਰਾ ਵਰਗੇ ਕੁਕਰਮ ਹੁੰਦੇ ਨੇ ਇਹ ਉਹਨਾਂ ਧੀਆਂ ਦੇ ਪੂਰਬਲੇ ਜਨਮ ਦੇ ਕਰਮ ਹੁੰਦੇ ਨੇ। ਕੋਈ ਕਹਿ ਰਿਹਾ ਹੈ ਜੀ ਇਹ ਸਾਡੀ ਸੰਸਕ੍ਰਿਤੀ ਦਾ ਮੁੱਢ ਤੋਂ ਹਿੱਸਾ ਹੈ, ਹੁਣ ਸਾਡੇ ਸਾਹਮਣੇ ਆਉਣ ਲੱਗੇ, ਪਹਿਲਾਂ ਆਉਂਦੇ ਨਹੀਂ ਸੀ। ਡਾਕਟਰ ਕਹਿ ਰਹੇ ਨੇ ਕਿ 80% ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹ ਆਪਣੇ ਘਰਾਂ 'ਚ ਆਪਣੇ ਸਕੇ ਸੋਦਰਿਆਂ ਦੇ ਹੱਥੋਂ ਹੀ ਸੁਰੱਖਿਅਤ ਨਹੀਂ। ਸੋ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ ਜਿਹਦੇ ਬਾਰੇ ਸੋਚਣਾ ਬਣਦਾ ਹੈ। ਆ ਪਿੱਛੇ ਜੇ ਸਾਡੀ ਇੱਕ ਸਹੇਲੀ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਸ ਦੀ ਰਿਸ਼ਤੇਦਾਰ ਕੁੜੀ ਨੂੰ ਉਸ ਦੇ ਆਪਣੇ ਹੀ ਟੀਚਰ ਨੇ ਕਲਾਕਾਰੀ ਦੇ ਬਹਾਨੇ, ਅਦਾਕਾਰੀ ਦੇ ਬਹਾਨੇ ਉਸ ਦੇ ਨਾਲ ਗਲਤ ਹਰਕਤਾਂ ਕੀਤੀਆਂ। ਉਹਨੂੰ ਘਰ ਦੱਸਣ ਵੇਲੇ ਜਦੋਂ ਘਰ ਦੱਸਦੀ ਸੀ ਤਾਂ ਉਸ ਨੂੰ ਮਾਰਕੁੱਟ ਕੀਤੀ ਜਾਂਦੀ ਸੀ ਟੀਚਰ ਵੱਲੋਂ। ਉਸ ਨੂੰ ਇਹਨਾਂ ਡਰਾਇਆ ਧਮਕਾਇਆ ਗਿਆ ਕਿ ਉਹ ਬੱਚੀ ਨੀਮ ਪਾਗਲ ਹੋ ਗਈ। 10 ਸਾਲ ਉਹ ਇਸੇ ਤਰ੍ਹਾਂ ਦੀ ਹਾਲਤ ਦੇ ਵਿੱਚ ਵਿਚਰਦੀ ਰਹੀ। ਕਦੇ ਡਰ ਕੇ ਮਾਂ ਨੂੰ ਚੰਬੜਦੀ, ਮਾਂ ਮੈਨੂੰ ਮਾਰ ਦੇਣਗੇ, ਕਦੇ ਭਰਾ ਨੂੰ ਕਦੇ ਪਿਓ ਨੂੰ ਚੰਬੜਦੀ ਹੈ ਕਿ ਮੈਨੂੰ ਬਚਾ ਲਓ। ਤੇ ਅਖੀਰ ਉਹ ਬੱਚੀ 25 ਸਾਲ ਦੀ ਉਮਰ 'ਚ ਆ ਕੇ ਦਮ ਤੋੜ ਜਾਂਦੀ ਹੈ। ਹੁਣ ਉਸ ਅਧਿਆਪਕ ਦੇ ਵਿਰੁੱਧ ਕੋਈ ਕਾਨੂੰਨੀ ਐਕਸ਼ਨ ਵੀ ਕਿਵੇਂ ਲਿਆ ਜਾਵੇ ਕਿਉਂਕਿ ਕਿਸੇ ਕੋਲ ਪੁਖਤਾ ਸਬੂਤ ਹੀ ਨਹੀਂ ਹੈਗੇ। ਸੋ ਮੇਰੀ ਸਮਾਜ ਦੇ ਚੇਤਨ ਲੋਕਾਂ ਨੂੰ ਅਪੀਲ ਹੈ ਕਿ ਘੱਟੋ ਘੱਟ ਜਿੱਥੇ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਉਹਨਾਂ ਤੇ ਚੈੱਕ ਰੱਖਿਆ ਜਾਵੇ ਤੇ ਉਹਨਾਂ ਦਰਿੰਦਿਆਂ ਨੂੰ ਰੰਗੇ ਹੱਥੀਂ ਫੜਿਆ ਜਾਵੇ, ਉਹਨਾਂ ਦੀਆਂ ਹਰਕਤਾਂ ਨੋਟ ਕੀਤੀਆਂ ਜਾਣ ਤੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਸਮਾਜ ਦੇ ਸਾਹਮਣੇ ਨੰਗਾ ਕੀਤਾ ਜਾਵੇ ਕਿ ਕਿਸ ਤਰ੍ਹਾਂ ਦੇ ਕੁਕਰਮ ਇਹ ਕਰਦੇ ਨੇ। ਹੁਣ ਇੱਕ ਟੀਚਰ ਤੋਂ ਵੱਧ ਨੇਕ ਸਾਫ਼ ਸ਼ਫਾਫ ਕਿੱਤਾ ਹੋਰ ਕੀ ਹੋ ਸਕਦਾ। ਤੇ ਉਸ ਬੰਦੇ ਨੇ ਇੱਕ ਅਧਿਆਪਕ ਦੇ ਇੰਨੇ ਨੇਕ ਕਿੱਤੇ ਨੂੰ ਵੀ ਕਲੰਕਿਤ ਕਰ ਦਿੱਤਾ। ਕੋਈ ਕਹਿੰਦਾ ਜੀ ਕੁੜੀਆਂ ਫੈਸ਼ਨੇਬਲ ਹੁੰਦੀਆਂ ਨੇ, ਨੰਗੀਆਂ ਲੱਤਾਂ ਰੱਖਦੀਆਂ ਨੇ, ਇਸ ਕਰਕੇ ਉਹਨਾਂ ਦੇ ਜਿਹੜੇ ਛੋਟੇ ਕੱਪੜੇ ਨੇ, ਉਹਨਾਂ ਦੀਆਂ ਨੰਗੀਆਂ ਲੱਤਾਂ ਨੇ, ਉਹ ਮਰਦਾਂ ਦੇ ਅੰਦਰ ਘਾਮ ਉਕਸਾਉਂਦੀਆਂ ਨੇ। ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੀਆਂ ਬੱਕਰੀਆਂ ਦੇ ਰੇਪ ਕੀਤੇ ਜਾ ਰਹੇ ਆ, ਜਿਹੜੀਆਂ ਘੋੜੀਆਂ ਦੇ ਰੇਪ ਕੀਤੇ ਜਾ ਰਹੇ ਆ, ਉਹ ਤੁਹਾਨੂੰ ਕਿੱਥੋਂ ਕਾਮ ਉਕਸਾਉਂਦੇ ਨੇ ਬਈ? ਉਹਨਾਂ ਦੇ ਕਿਹੜੇ ਘੱਟ ਕੱਪੜੇ ਪਾਏ ਹੁੰਦੇ ਆ? ਇੱਕ ਵਾਰੀ ਬਿੱਲੀ ਬਾਰੇ ਵੀ ਸੁਣਿਆ ਸੀ ਕਿ ਕਿਸੇ ਨੇ ਬਿੱਲੀ ਦਾ ਰੇਪ ਕੀਤਾ ਤੇ ਬਿੱਲੀ ਜਾਨ ਗਵਾ ਬੈਠੀ। ਕਿੰਨੀ ਸ਼ਰਮਨਾਕ ਹਰਕਤ ਕਰਦੇ ਹੋ ਤੁਸੀਂ ਕਿ ਇਨਸਾਨ ਕਹਾਉਣ ਦੇ ਵੀ ਲਾਇਕ ਨਹੀਂ ਰਹੇ। ਤੁਹਾਡੇ ਨਾਲੋਂ ਤਾਂ ਜਾਨਵਰ 100 ਗੁਣਾ ਚੰਗੇ ਨੇ। ਤੁਹਾਨੂੰ ਤਾਂ ਜਾਨਵਰ ਕਹਿਣ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਜਾਨਵਰ ਵੀ ਇੱਕ ਤਰ੍ਹਾਂ ਨਾਲ ਆਪਣੀ ਹੱਦ ਤੱਕ ਮਹਿਸੂਸ ਕਰ ਸਕਦੇ ਆ ਕਿ ਉਹਨਾਂ ਨੂੰ ਇਹੋ ਜਿਹੇ ਦਰਿੰਦਿਆਂ ਦੇ ਨਾਲ ਤੁਲਨਾ ਦਿੱਤੀ ਹੈ। ਇਹ ਹੈਵਾਨ ਨੇ, ਸ਼ੈਤਾਨ ਨੇ, ਭੇੜੀਏ ਨੇ ਭੁੱਖੇ ਜਿਹੜੇ ਕੁੜੀਆਂ ਦਾ ਮਾਸ ਨੋਚ-ਨੋਚ ਖਾਂਦੇ ਨੇ। ਨਾਰੀ ਜਾਤੀ ਦੇਖਣੀ ਬਸ ਇਹਨਾਂ ਨੂੰ ਚਾਹੀਦੀ ਹੈ, ਦਿਸ ਗਈ ਤੇ ਉਸ ਨੂੰ ਰਸਗੁੱਲੇ ਵਾਂਗ ਮੂੰਹ 'ਚ ਪਾ ਲੈਣਾ ਲੋਚਦੇ ਨੇ। ਸੋ ਦੋਸਤੋ, ਹਿਰਦਾ ਬਹੁਤ ਬਲੂੰਦਰਿਆ ਜਾਂਦਾ ਇਹੋ ਜਿਹੀਆਂ ਘਟਨਾਵਾਂ ਦੇਖ ਕੇ। ਤੇ ਮੈਂ ਆਪਣੀ ਸਵੈ-ਰਚਿਤ ਕਵਿਤਾ ਦੇ ਨਾਲ ਇਸ ਜਿਹੜੀ ਵਾਰਤਾਲਾਪ ਹੈ ਉਸ ਦਾ ਅੰਤ ਕਰਦੀ ਹਾਂ, ਇਸ ਆਸ਼ੇ ਦੇ ਨਾਲ ਕਿ ਸਾਡਾ ਸਮਾਜ ਚੇਤਨ ਹੋਵੇ, ਧੀਆਂ ਨੂੰ ਸਵੈ ਰੱਖਿਆ ਦੇ ਸਾਧਨ ਗੱਤਕਾ ਜਾਂ ਜੂਡੋ ਕਰਾਟੇ ਵਗੈਰਾ ਦੀ ਸਿੱਖਿਆ ਲਾਜ਼ਮੀ ਕਰਾਰ ਦੇਵੇ। ਸਰਕਾਰਾਂ ਨੇ ਕੁਛ ਨਹੀਂ ਕਰਨਾ, ਸਭ ਕੁਝ ਸਾਨੂੰ ਖੁਦ ਨੂੰ ਹੀ ਕਰਨਾ ਪੈਣਾ। ਸਾਨੂੰ ਆਪ ਹੀ ਆਪਣੀਆਂ ਬੱਚੀਆਂ ਦੀ ਹਿਫਾਜ਼ਤ ਕਰਨੀ ਪੈਣੀ ਹੈ। ਬਲਕਿ ਜੇ ਹਿਫਾਜ਼ਤ ਨਹੀਂ ਕਰ ਸਕਦੇ ਅਸੀਂ, ਸਾਡੇ ਆਪਣੇ ਕੰਮ ਬਹੁਤ ਨੇ, ਤਾਂ ਉਹਨਾਂ ਨੂੰ ਜੂਡੋ ਕਰਾਟੇ ਤੇ ਗੱਤਕੇ ਵਗੈਰਾ ਦੀ ਸਿੱਖਿਆ ਦਿੱਤੀ ਜਾਵੇ ਤਾਂ ਕਿ ਉਹ ਸਵੈ ਰੱਖਿਆ ਦੇ ਸਾਧਨ ਇਹ ਅਪਣਾ ਕੇ ਆਪਣਾ ਬਚਾਅ ਆਪ ਕਰ ਸਕਣ। ਸੋ ਪੇਸ਼ ਕਰ ਰਹੀ ਹਾਂ ਮੈਂ ਆਪਣੀ ਸਵੈ ਰਚਿਤ ਕਵਿਤਾ ਕੀ ਆਖਾਂ। ਇਸ ਦਿਲ ਤੇ ਛੁਰੀਆਂ ਲੱਖ ਚੱਲਣ, ਜਦੋਂ ਕਿਸੇ ਮਾਸੂਮ ਤੇ ਵਾਰ ਹੋਵੇ,
ਇੱਕ ਨਹੀਂ ਹਜ਼ਾਰਾਂ ਹੀ ਬੇਟੀਆਂ ਦਾ ਇੱਥੇ ਨਿਤ ਦਿਨ ਬਲਾਤਕਾਰ ਹੋਵੇ। ਗੱਲ ਕਰਾਂ ਕਿ ਇਸ ਮਰਦਾਨਗੀ ਦੀ, ਕੰਮ ਇਹਨਾਂ ਤੇ ਸਦਾ ਸਵਾਰ ਹੋਵੇ। ਆਖਣ ਦੋਸ਼ ਹੈ ਉਸੇ ਹੀ ਬਾਲੜੀ ਦਾ, ਜਿਹੜੀ ਕਰੇ ਵਿਰੋਧ ਗੰਵਾਰ ਹੋਵੇ। ਦੇਰ ਰਾਤ ਨੂੰ ਕਾਸ ਤੋਂ ਘਰੋਂ ਨਿਕਲਣ, ਫੈਸ਼ਨ ਕੁੜੀਆਂ ਸਿਰੀਂ ਸਵਾਰ ਹੋਵੇ। ਤੰਗ ਕੱਪੜੇ ਪਾ ਜਾਂ ਘੁੰਮਦੀਆਂ ਨੇ, ਸਾਡੀ ਨਜ਼ਰ ਕਿਉਂ ਨਾ ਦਾਗਦਾਰ ਹੋਵੇ। ਦੁੱਧ ਮੂੰਹਾਂ ਵੀ ਇਹਨਾਂ ਬਖਸ਼ੀਆਂ ਨਾ, ਐਸਾ ਧੀਆਂ ਤੇ ਅਤਿਆਚਾਰ ਹੋਵੇ। ਕੁੱਖਾਂ ਕਬਰਾਂ ਵੀ ਤਾਂ ਹੀ ਬਣਦੀਆਂ ਨੇ, ਪਤਾ ਹੁੰਦਾ ਹੈ ਧੀ ਲਾਚਾਰ ਹੋਵੇ। ਰਹਿੰਦੀ ਕਸਰ ਗਾਇਕਾਂ ਨੇ ਕੱਢ ਛੱਡੀ, ਹੋਸ਼ਾ ਇਹਨਾਂ ਦੇ ਹੱਥੀਂ ਹਥਿਆਰ ਹੋਵੇ। ਪੁਰਜ਼ਾ ਪਟੋਲਾ ਕੁੜੀਆਂ ਨੂੰ ਪਏ ਆਖਣ, ਜਿਉਣਾ ਧੀਆਂ ਦਾ ਫੇਰ ਦੁਸ਼ਵਾਰ ਹੋਵੇ। ਇਹਨਾਂ ਮਰਦਾਂ ਬੇਸ਼ਰਮੀ ਦੀ ਹੱਦ ਟੱਪੀ, ਇੱਜ਼ਤ ਧੀਆਂ ਦੀ ਤਾਰ ਤਾਰ ਹੋਵੇ। ਹੁੱਬ ਹੁੱਬ ਆਖਦੇ ਸੇਵਾ ਨੇ ਇਹ ਕਰਦੇ, ਹੱਥੋਂ ਇਹਨਾਂ ਦੇ ਸੱਭਿਆਚਾਰ ਹੋਵੇ। ਧੀ ਨੂੰ ਆਖਦੇ ਹੋ ਪੱਗ ਜੇ ਬਾਬਲੇ ਦੀ, ਚੁੰਨੀ ਮਾਂ ਦੀ ਕਿਉਂ ਪੁੱਤ ਸੰਭਾਲਦੇ ਨਹੀਂ। ਗਰੇਵਾਲ ਨੂੰ ਦੱਸਿਓ ਕੋਈ ਆ ਕੇ, ਸੋਨਾ ਵਿੱਚ ਕੁਠਾਲੀ ਕਿਉਂ ਢਾਲਦੇ ਨਹੀਂ। ਪੁੱਤ ਧੀਆਂ ਦੋਹੇ ਸ਼ਾਨ ਮਾਪਿਆਂ ਦੀ, ਧੀਆਂ ਪੁੱਤ ਦੋਹੇ ਸ਼ਾਨ ਮਾਪਿਆਂ ਦੀ। ਸ਼ਾਲਾ ਘਰ ਦਾ ਮਿੱਠੜਾ ਸਾਜ਼ ਹੋਵੇ, ਪੁੱਤ ਬਣਨ ਡੰਗੋਰੀ ਮਾਪਿਆਂ ਦੀ। ਧੀ ਮਾਪਿਆਂ ਦੇ ਸਿਰ ਦਾ ਤਾਜ ਹੋਵੇ, ਧੀ ਮਾਪਿਆਂ ਦੇ ਸਿਰ ਦਾ ਤਾਜ ਹੋਵੇ, ਧੀ ਮਾਪਿਆਂ ਦੇ ਸਿਰ ਦਾ ਤਾਜ ਹੋਵੇ। ਧੰਨਵਾਦ ਜੀ।